ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਟਰੂ ਵੇਜ਼ ਦੇ ਆਨਲਾਈਨ ਪਲੇਟਫਾਰਮ 'ਤੇ ਤੁਹਾਡਾ ਸਵਾਗਤ ਹੈ। ਅੱਜ ਆਪਾਂ ਐਨਡੀਏ ਐਗਜ਼ਾਮ ਬਾਰੇ ਚਰਚਾ ਕਰਨ ਜਾ ਰਹੇ ਹਾਂ। ਇਸ ਵੀਡੀਓ ਦੇ ਵਿੱਚ ਆਪਾਂ ਐਨਡੀਏ ਐਗਜ਼ਾਮ ਦੀ ਪੂਰੀ ਜਾਣਕਾਰੀ ਜੋ ਹਾਸਿਲ ਕਰਾਂਗੇ। ਇਸ ਦਾ ਐਗਜ਼ਾਮ ਪੈਟਰਨ, ਐਲੀਜੀਬਿਲਟੀ, ਸਿਲੇਬਸ ਸਭ ਦੇ ਉੱਪਰ ਆਪਾਂ ਜੋ ਚਰਚਾ ਕਰਾਂਗੇ। ਠੀਕ ਹੈ ਜੀ। ਸਭ ਤੋਂ ਪਹਿਲੀ ਗੱਲ ਤਾਂ ਜੋ ਐਨਡੀਏ ਦਾ ਐਗਜ਼ਾਮ ਹੈ, ਇਹ ਜੋ UPSC ਹੈ ਜੋ ਆਪਣਾ ਕੰਡਕਟ ਕਰਦਾ ਹੈ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ। ਠੀਕ ਹੈ ਜੀ। ਐਂਡ ਸੈਕੰਡਲੀ ਇਹ ਐਗਜ਼ਾਮ ਹੁੰਦਾ ਹੈ ਅਗਰ ਤੁਸੀਂ ਇੰਡੀਅਨ ਆਰਮੀ ਜਾਂ ਤੁਸੀਂ ਅਗਰ ਏਅਰ ਫੋਰਸ ਜਾਂ ਫਿਰ ਨੇਵੀ ਦੇ ਵਿੱਚ ਅਗਰ ਤੁਸੀਂ ਜਾਣਾ ਚਾਹੁੰਦੇ ਹੋ, ਇੰਡੀਅਨ ਆਰਮੀ ਦੇ ਵਿੱਚ ਅਗਰ ਤੁਸੀਂ ਜਾਣਾ ਚਾਹੁੰਦੇ ਹੋ, ਉਹਦੇ ਵਿੱਚ ਅਗਰ ਤੁਸੀਂ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਤਾਂ ਇਹ ਐਗਜ਼ਾਮ ਉਸ ਲਈ ਹੁੰਦਾ ਹੈ ਜੀ। ਠੀਕ ਹੈ ਜੀ। ਹੁਣ ਆਪਾਂ ਗੱਲ ਕਰਦੇ ਹਾਂ ਇਸ ਦੀ ਐਲੀਜੀਬਿਲਟੀ ਕ੍ਰਾਈਟੇਰੀਆ ਦੀ। ਤਾਂ ਸਭ ਤੋਂ ਪਹਿਲੀ ਗੱਲ ਤਾਂ ਤੁਸੀਂ ਇੰਡੀਅਨ ਸਿਟੀਜ਼ਨ ਹੋਣੇ ਜ਼ਰੂਰੀ ਹੋ, ਨੈਸ਼ਨੈਲਿਟੀ ਵਿੱਚ ਇੰਡੀਅਨ ਸਿਟੀਜ਼ਨ। ਐਂਡ ਜੋ ਨੇਪਾਲ ਐਂਡ ਭੂਟਾਨ ਦੇ ਜੋ ਸਿਟੀਜ਼ਨ ਨੇ ਉਹ ਇਸ ਐਗਜ਼ਾਮ ਲਈ ਜੋ ਨੇ ਐਲੀਜੀਬਲ ਨੇ ਜੀ। ਠੀਕ ਹੈ ਜੀ। ਫਿਰ ਆਪਾਂ ਗੱਲ ਕਰਦੇ ਹਾਂ ਏਜ ਲਿਮਿਟ ਦੀ। ਤੁਹਾਡੀ ਏਜ ਲਿਮਿਟ ਜਿਹੜੀ ਹੈਗੀ ਆ 16.5 ਸਾਲ ਤੋਂ ਲੈ ਕੇ 19.5 ਸਾਲ ਦੇ ਵਿੱਚ ਜੋ ਤੁਹਾਡੀ ਏਜ ਹੋਣੀ ਚਾਹੀਦੀ ਹੈ। ਅਗਰ ਤੁਸੀਂ ਮਾਰਸ਼ਲ ਸਟੇਟਸ ਦੀ ਗੱਲ ਕਰੋ ਤਾਂ ਓਨਲੀ ਅਨਮੈਰਿਡ ਮੇਲ ਐਂਡ ਫੀਮੇਲ ਹੀ ਇਸ ਐਗਜ਼ਾਮ ਲਈ ਜੋ ਐਲੀਜੀਬਲ ਨੇ। ਫਿਜ਼ੀਕਲ ਫਿਟਨੈਸ ਦੀ ਅਗਰ ਆਪਾਂ ਗੱਲ ਕਰੀਏ ਤਾਂ ਕੈਂਡੀਡੇਟ ਮਸਟ ਮੀਟ ਦਾ ਪ੍ਰਿਸਕ੍ਰਾਈਬਡ ਫਿਜ਼ੀਕਲ ਸਟੈਂਡਰਡਸ ਇਨਕਲੂਡਿੰਗ ਹਾਈਟ, ਵੇਟ, ਚੈਸਟ ਮੈਜ਼ਰਮੈਂਟ ਐਂਡ ਆਈ ਸਾਈਟ। ਐਨਡੀਏ ਐਗਜ਼ਾਮ ਦੇ ਨੋਟੀਫਿਕੇਸ਼ਨ ਦੇ ਅੰਦਰ ਇਹ ਸਭ ਦਾ ਜੋ ਆ ਡਿਟੇਲ ਲਿਖਿਆ ਆਪਾਂ ਨੂੰ ਮਿਲ ਜਾਂਦਾ ਹੈ ਕਿ ਕਿੰਨੀ ਹਾਈਟ ਚਾਹੀਦੀ ਹੈ, ਕੀ ਆਈ ਸਾਈਟ ਚਾਹੀਦੀ ਹੈ ਆਪਾਂ ਨੂੰ, ਚੈਸਟ ਮੈਜ਼ਰਮੈਂਟਸ ਕੀ ਨੇ, ਵੇਟ ਕੀ ਨੇ। ਜੋ ਮੇਲ ਕੈਂਡੀਡੇਟਸ ਅਲੱਗ ਤੋਂ ਗਿਵਨ ਹੁੰਦਾ, ਫੀਮੇਲ ਕੈਂਡੀਡੇਟਸ ਜੋ ਅਲੱਗ ਤੋਂ ਗਿਵਨ ਹੁੰਦਾ ਆਪਣੇ। ਠੀਕ ਹੈ ਜੀ। ਮੈਡੀਕਲ ਫਿਟਨੈਸ ਦੀ ਅਗਰ ਆਪਾਂ ਗੱਲ ਕਰੀਏ, ਮੈਡੀਕਲ ਫਿਟਨੈਸ ਦੇ ਵਿੱਚ ਕੀ ਹੈ ਕਿ ਕੈਂਡੀਡੇਟ ਮਸਟ ਬੀ ਫਰੀ ਆਫ ਐਨੀ ਡਿਜ਼ੀਜ਼ ਔਰ ਕੰਡੀਸ਼ਨ ਦੈਟ ਵੁੱਡ ਬੀ ਇੰਟਰਫੇਅਰ ਵਿਦ ਦੇਅਰ ਐਬਿਲਿਟੀ ਟੂ ਪਰਫਾਰਮ ਡਿਊਟੀਜ਼। ਇਸ ਦਾ ਸਿੰਪਲ ਜਿਹਾ ਮਤਲਬ ਇਹ ਹੈ ਕਿ ਕਿਸੇ ਵੀ ਕੈਂਡੀਡੇਟ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜੋ ਬਿਮਾਰੀ ਹੈ ਉਹ ਨਹੀਂ ਹੋਣੀ ਚਾਹੀਦੀ। ਤਾਂ ਐਵੇਂ ਦੀ ਕੋਈ ਵੀ ਬਿਮਾਰੀ ਨਹੀਂ ਹੋਣੀ ਚਾਹੀਦੀ ਕਿ ਜਿਹਦੇ ਵਿੱਚ ਉਹ ਜੋ ਮਿਲਟਰੀ ਡਿਊਟੀਜ਼ ਨੂੰ ਪਰਫਾਰਮ ਕਰਨ 'ਚ ਉਹਨੂੰ ਪ੍ਰੋਬਲਮ ਹੋਵੇ। ਠੀਕ ਹੈ ਜੀ। ਹੁਣ ਆਪਾਂ ਗੱਲ ਕਰਦੇ ਹਾਂ ਐਜੂਕੇਸ਼ਨਲ ਕੁਆਲੀਫਿਕੇਸ਼ਨਸ ਦੀ। ਠੀਕ ਹੈ ਜੀ। ਜੋ ਆਰਮੀ ਵਿੰਗ ਹੈ, ਠੀਕ ਹੈ ਜੀ, ਆਰਮੀ ਵਿੰਗ ਲਈ ਤੁਹਾਨੂੰ 10+2 ਜੋ ਤੁਹਾਡੀ ਜਾਂ ਫਿਰ ਉਸਦੇ ਇਕੁਆਲੈਂਟ ਜੋ ਆ ਤੁਹਾਡੇ ਕੋਲ ਕਿਸੇ ਵੀ ਬੋਰਡ ਦੇ ਵਿੱਚ ਤੁਸੀਂ ਕੀਤੀ ਹੋਵੇ, +2 ਕੀਤੀ ਹੋਵੇ। ਔਰ ਅਗਰ ਤੁਸੀਂ ਏਅਰ ਫੋਰਸ ਐਂਡ ਨੇਵੀ ਵਿੰਗ ਤੁਸੀਂ ਅਗਰ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਫਿਜ਼ਿਕਸ, ਕੈਮਿਸਟਰੀ ਐਂਡ ਜੋ ਮੈਥਮੈਟਿਕਸ ਜੋ ਤੁਹਾਡੇ ਕੋਲ ਹੋਣਾ ਕੰਪਲਸਰੀ ਆ। ਫਿਰ ਆਪਾਂ ਜੀ ਗੱਲ ਕਰਦੇ ਹਾਂ ਐਗਜ਼ਾਮ ਪੈਟਰਨ ਦੀ। ਤਾਂ ਸਭ ਤੋਂ ਪਹਿਲੀ ਗੱਲ ਐਨਡੀਏ ਐਗਜ਼ਾਮ ਦਾ ਨੇਮ ਹੈ, UPSC ਨੂੰ ਕੰਡਕਟ ਕਰਦੀ ਹੈ। ਸਾਲ ਦੇ ਵਿੱਚ 2 ਵਾਰੀ ਜੋ ਐਗਜ਼ਾਮ ਹੁੰਦਾ, ਅਪ੍ਰੈਲ ਦੇ ਮੰਥ ਅਤੇ ਸਤੰਬਰ ਦੇ ਮੰਥ ਦੇ ਵਿੱਚ। ਠੀਕ ਹੈ ਜੀ। ਸਿਲੈਕਸ਼ਨ ਪ੍ਰੋਸੀਜਰ ਦੇ ਅੰਦਰ ਇੱਕ ਤਾਂ ਰਿਟਨ ਟੈਸਟ ਹੁੰਦਾ ਤੁਹਾਡਾ, ਫਿਰ ਤੁਹਾਡੀ SSB ਦੀ ਜੋ ਤੁਹਾਡਾ ਜੋ ਇੰਟਰਵਿਊ ਰਾਊਂਡ ਰਹਿੰਦੇ ਆ। ਐਗਜ਼ਾਮ ਦਾ ਮੋਡ ਆਫਲਾਈਨ ਹੈ। ਮੈਥਮੈਟਿਕਸ ਅਤੇ ਗੈਟ ਜੋ ਇਹਦੇ ਅੰਦਰ ਆਉਂਦਾ, ਗੈਟ ਯਾਨੀ ਕਿ ਜਨਰਲ ਐਬਿਲਿਟੀ ਟੈਸਟ। ਠੀਕ ਹੈ ਜੀ। ਇਹ ਸਿਲੇਬਸ ਦੇ ਅੰਦਰ ਜੋ ਆਉਂਦਾ ਹੈ। ਨੈਕਸਟ ਸਲਾਈਡਸ 'ਤੇ ਆਪਾਂ ਇਹਨਾਂ ਦੇ ਉੱਪਰ ਡਿਟੇਲ ਦੇ ਵਿੱਚ ਚਰਚਾ ਕਰਾਂਗੇ। ਠੀਕ ਹੈ ਜੀ। ਮੈਥ ਜੋ ਆ ਰਿਹਾ ਆਪਾਂ ਨੂੰ 300 ਮਾਰਕਸ ਦਾ ਹੈ, ਗੈਟ 600 ਮਾਰਕਸ ਦਾ ਜੀ। ਠੀਕ ਹੈ ਜੀ। ਮੈਥਮੈਟਿਕਸ 'ਚ 120 ਕੁਐਸਚਨਸ ਅਤੇ ਗੈਟ ਦੇ ਵਿੱਚ ਜੋ ਆਪਣੇ 150 ਕੁਐਸਚਨਸ ਨੇ। ਨੈਗੇਟਿਵ ਮਾਰਕਿੰਗ ਦੀ ਅਗਰ ਆਪਾਂ ਗੱਲ ਕਰੀਏ ਤਾਂ 0.83 ਮੈਥਮੈਟਿਕਸ ਦੇ ਅੰਦਰ ਐਂਡ 1.33 ਗੈਟ ਦੇ ਅੰਦਰ। ਠੀਕ ਹੈ ਜੀ। ਟੋਟਲ 5 ਆਵਰਸ ਦਾ ਜੋ ਐਗਜ਼ਾਮ ਹੈ, 2.5 ਆਵਰ ਫॉर ਈਚ ਪੇਪਰ। ਠੀਕ ਹੈ ਜੀ। 2.5 ਆਵਰ ਮੈਥਸ ਲਈ ਐਂਡ 2.5 ਆਵਰ ਗੈਟ ਲਈ। ਇੰਗਲਿਸ਼ ਦੇ ਵਿੱਚ ਅਤੇ ਹਿੰਦੀ ਦੇ ਵਿੱਚ ਜੋ ਐਗਜ਼ਾਮ ਜੋ ਕੰਡਕਟ ਕੀਤਾ ਜਾਂਦਾ ਜੀ ਹਰ ਸਾਲ। ਤਾਂ ਸਭ ਤੋਂ ਪਹਿਲਾਂ ਆਪਾਂ ਅਗਰ ਮੈਥਮੈਟਿਕਸ ਦੀ ਗੱਲ ਕਰੀਏ, ਪੇਪਰ 1 ਮੈਥਮੈਟਿਕਸ ਤਾਂ 300 ਮਾਰਕਸ ਦਾ ਹੈ ਟੋਟਲ ਜੋ ਆਪਣਾ ਐਗਜ਼ਾਮ ਹੁੰਦਾ ਹੈ। 120 ਟੋਟਲ ਕੁਐਸਚਨ ਨੇ, 2.5 ਜੋ ਮਾਰਕਸ ਨੇ ਇੱਕ ਕੁਐਸਚਨ ਲਈ ਤੁਹਾਨੂੰ ਮਿਲਦੇ ਨੇ। ਔਰ ਅਗਰ ਤੁਸੀਂ ਕੋਈ ਕੁਐਸਚਨ ਗਲਤ ਕਰਦੇ ਹੋ ਤਾਂ 0.83 ਮਾਰਕਸ ਤੁਹਾਡੇ ਜੋ ਆ ਕੱਟੇ ਜਾਂਦੇ ਨੇ। ਅਤੇ ਐਗਜ਼ਾਮ ਦੀ ਡਿਊਰੇਸ਼ਨ ਨੇ ਜੋ 2.5 ਆਵਰ ਹੈ। ਹੁਣ ਆਪਾਂ ਪੇਪਰ 2 ਦੀ ਗੱਲ ਕਰਦੇ ਹਾਂ, ਜਨਰਲ ਐਬਿਲਿਟੀ ਦੀ। ਠੀਕ ਹੈ ਜੀ। ਜੋ ਤੁਹਾਡੇ ਟੋਟਲ ਮਾਰਕਸ ਨੇ ਉਹ 600 ਨੇ। ਟੋਟਲ ਨੰਬਰ ਆਫ ਕੁਐਸਚਨ 150। ਠੀਕ ਹੈ ਜੀ। ਨੰਬਰ ਆਫ ਕੁਐਸਚਨਸ ਇਨ ਇੰਗਲਿਸ਼ ਸੈਕਸ਼ਨ ਦੇ ਅੰਦਰ 50 ਅਤੇ GK ਦੇ ਅੰਦਰ ਜੋ ਤੁਹਾਡੇ 100 ਮਾਰਕਸ ਨੇ। ਠੀਕ ਹੈ ਜੀ। ਮੈਕਸੀਮਮ ਮਾਰਕਸ ਫॉर ਇੰਗਲਿਸ਼ ਅਤੇ ਮੈਕਸੀਮਮ ਮਾਰਕਸ ਫॉर GK ਹੈ ਜੋ ਉਹ 200 ਐਂਡ 400 ਮਾਰਕਸ ਨੇ ਜੀ।
मार्क्स फॉर करैक्ट आंसर 4 मार्क्स इन बोथ द सैक्शन। करैक्ट करते हो 4 नंबर दिते जाएंगे एंड अगर तुम गलत करते हो तो 1 पॉइंट और जो 33 मार्क्स थोड़े कट्टे जाएंगे। ड्यूरेशन है जो 2.5 आवर दी है। ठीक है जी। ਹੁਣ ਆਪਾਂ ਸਿਲੈਕਸ਼ਨ ਪ੍ਰੋਸੀਜਰ ਦੀ ਗੱਲ ਕਰਦੇ ਹਾਂ ਤਾਂ ਜੋ ਰਿਟਨ ਐਗਜ਼ਾਮ ਹੈ ਐਨਡੀਏ ਦਾ ਪਹਿਲਾਂ ਉਹ ਹੁੰਦਾ ਫਿਰ ਉਸ ਤੋਂ ਬਾਅਦ ਜੋ ਆ ਐਸਐਸਬੀ ਜੋ ਆ ਇੰਟਰਵਿਊ ਜੋ ਆ ਕੰਡਕਟ ਕਰਦੀ ਆ 5 ਡੇ ਦਾ ਪ੍ਰੋਸੈਸ ਹੁੰਦਾ 900 ਨੰਬਰ ਦਾ ਜਿਹੜਾ ਇਹ ਤੁਹਾਡਾ ਟੋਟਲ ਜੋ ਹੁੰਦਾ ਇਹਦੇ ਵਿੱਚ ਤੁਸੀਂ ਇੰਟੈਲੀਜੈਂਸ ਐਂਡ ਸਾਈਕੋਲੋਜੀ ਟੈਸਟ ਤੁਹਾਡੇ ਤੋਂ ਜੋ ਲਏ ਜਾਂਦੇ ਨੇ ਗਰੁੱਪ ਡਿਸਕਸ਼ਨਸ ਐਂਡ ਫਿਜ਼ੀਕਲ ਟਾਸਕ ਤੁਹਾਡੇ ਕਰਵਾਏ ਜਾਂਦੇ ਨੇ। ਠੀਕ ਹੈ ਜੀ। ਫਿਰ ਤੁਹਾਡਾ ਜੋ ਮੈਡੀਕਲ ਐਗਜ਼ਾਮੀਨੇਸ਼ਨ ਹੁੰਦਾ ਐਂਡ ਫਿਰ ਤੁਹਾਡੀ ਜੋ ਫਾਈਨਲ ਮੈਰਿਟ ਲਿਸਟ ਬਣਦੀ ਆ ਬੇਸਡ ਔਨ ਰਿਟਨ ਐਗਜ਼ਾਮ एंड जो तुसी एसएसबी के अंदर जो तुसी स्कोर करोगे फाइनल मैरिट लिस्ट बनती है फिर तुहाडा नाम जो आंदा है। उस तो बाद जो तुहाडा ट्रेनिंग एंड करियर पाथ के अंदर तुसी देखोगे तो जो सिलेक्टेड कैंडिडेट्स ने वो जाते हैं 3 साल की ट्रेनिंग एट एनडीए खड़कवासला पुणे दे विच। ठीक है जी। ये 3 साल की ट्रेनिंग कंप्लीट होने तो बाद वो स्पैशलाइज्ड अकैडमी से जाते हैं। जिवें अगर तुसी आर्मी की कर रहे हो तो आर्मी लई इंडियन मिलिटरी अकैडमी IMA देहरादून। अगर तुसी नेवी जाना चाहते हो तो इंडियन नेवल अकैडमी INA। अगर तुसी एयर फोर्स जाना चाहते हो तो एयर फोर्स अकैडमी AFA। ठीक है जी। आफ्टर ट्रेनिंग दे गेट कमीशनड एज तुसी जो आर्मी के अंदर जो लैफ्टिनेंट्स या फिर सब लिeutenants या फिर नेवी के अंदर या फिर फ्लाइंग ऑफिसर जो तुसी इन्होंने जो तुसी रैंक जो हासिल करते हो। हुण जो आप सिलेबस के उपर जो विस्तारपूर्वक चर्चा करांगे। ठीक है जी। तो सब तो पहले आप गल करांगे मैथेमैटिक्स की। तो अगर सब तो पहले अगर आप मैथेमैटिक्स की अगर आप गल करिए तो पहला टॉपिक है जी अलजैबरा। ठीक है जी। अलजैबरा के अंदर सब तो पहले तो तुहानूं कंसैप्ट ऑफ सैट ऑपरेशंस ऑफ सैट वैन डायग्राम्स डी मॉर्गन्स लॉ कार्टीशियन प्रोडक्ट ये तुहाडी पूरी की पूरी जो सैट थियरी है। तो जो चैप्टर तुहाडे कोल सैट थियरी कंप्लीट ही है। ठीक है जी। फिर जो रिलेशन चैप्टर तुहाडा एंड जो इक्वेशन है ये आ गया तुहाडे कोल। फिर रियल नंबर कॉम्पलैक्स नंबर मॉडुलस क्यूब रूट्स दे उपर जो अलजैबरा के क्वेश्चन आते हैं। फिर कन्वर्जन ऑफ अ नंबर इन बाइनरी सिस्टम टू डेसिमल। तो बाइनरी तो डेसिमल की भी जो अपने कन्वर्जन शामिल है एंड वाइस वर्सा मतलब डेसिमल तो बाइनरी की भी करवाई जाती है। फिर अगर तुम देखोगे तो अरिथमेटिक ज्योमेट्रिक एंड हार्मोनिक प्रोग्रेशंस यानी कि अपना AP GP ते HP क्वाड्रेटिक इक्वेशन लीनियर इक्वेशन PMC बाइनोमियल थ्योरम एंड जो लॉग जो प्रॉपर्टीज वगैरह जो आंदियां ने। ठीक है जी। ये अपना अलजैबरा है। हम आप गल करते हैं कैलकुलस की। कैलकुलस के अंदर कंसैप्ट ऑफ रियल वैल्यूड फंक्शन किहड़े हुंदे ने डोमेन रेंज कैलकुलेट किवें की जाती है तो किसी फंक्शन का ग्राफ आप किवें ड्रॉ करते हैं। ठीक है जी। कॉम्पोजिट फंक्शनस की हुंदे ने 1 फंक्शन ऑन 2 एंड इनवर्स फंक्शनस। तो आ कंप्लीट जो चैप्टर अपना फंक्शनस का ही है आ कंप्लीट चैप्टर। ठीक है जी। कंप्लीट जो चैप्टर तुहाडा फंक्शनस का है फंक्शनस फुल चैप्टर आता है जिहदे विच। ठीक है जी। फंक्शनस तो बाद तुसीं लिमिट्स की गल करते हो नोशन ऑफ लिमिट्स की है स्टैंडर्ड लिमिट्स की गल करते हो जिहदे विच तुसीं ट्रिग्नोमेट्रिक लिमिट्स या एक्सपोनेंशियल लिमिट्स जो स्टैंडर्ड अपन मिलदियां ने। फिर फंक्शनस की कॉन्टीन्यूटी के उपर आप चर्चा करते हैं। ठीक है। अलजैब्रिक ऑपरेशंस ने कॉन्टीन्यूस फंक्शनस दे एंड डेरिवेटिव ऑफ अ फंक्शन एट अ पॉइंट। ठीक है जी। ज्योमेट्रिकल एंड फिजिकल इंटरप्रिटेशन ऑफ अ डेरिवेटिव एप्लीकेशंस डेरिवेटिव ऑफ अ सम प्रोडक्ट एंड क्वोशंट रूल जो डेरिवेटिव्स ने जो मतलब बेसिकली अगर आप देखे जाए तो अपने को कैलकुलस के फंक्शन चैप्टर। ठीक है जी। फिर लिमिट्स के नाल कॉन्टीन्यूटी। ठीक है जी। कॉन्टीन्यूटी उस तो बाद डेरिवेटिव्स जो आ रहे हैं। ठीक है जी। डेरिवेटिव ऑफ फंक्शन कंसिडरिंग अनदर फंक्शन मतलब एक फंक्शन के रिस्पेक्ट दूसरे फंक्शन का डेरिवेटिव करना। कॉम्पोजिट फंक्शन का डेरिवेटिव सेकेंड ऑर्डर डेरिवेटिव
इंक्रीजिंग डिक्रीजिंग जो आ गया अपना एप्लीकेशन ऑफ डेरिवेटिव्स ने ए और डी, एप्लीकेशन ऑफ डेरिवेटिव इन, ठीक है जी, जो अपना मैक्सिमा एंड मिनिमा, ठीक है जी, ठीक है जी। ये बेसिकली अपना डिफरेंशियल कैलकुलस है कंप्लीट, डिफरेंशियल कैलकुलस, ठीक है जी। फिर तुम देखोगे तो मैट्रिसेस एंड डिटरमिनेंट्स भी जो ने सिलेबस का पार्ट ने, ठीक है जी। टाइप्स की होंगे ने, ऑपरेशनस की ने मैट्रिसेस दे, डिटरमिनेंट किवें निकलदा किसी मैट्रिक्स का, बेसिक प्रॉपर्टीज की ने डिटरमिनेंट्स दे, ठीक है जी। किसी स्क्वायर मैट्रिक्स का एडजॉइंट इनवर्स उनके उपर क्वेश्चन ने जी। एप्लीकेशन है जो लीनियर इक्वेशनस आप किवें फाइंड करते हैं एक्स वाई की वैल्यू, ठीक है जी। 3 अननोन्स दी, क्रैमर्स रूल, मैट्रिक्स मैथड, ठीक है जी। एंड फिर अपना आंदा इंटीग्रल कैलकुलस, ठीक है जी। इहदे विच अपने कोल इनडेफिनेट इंटीग्रेशन, ठीक है जी, डेफिनाइट इंटीग्रेशन, ठीक है जी। फिर अपने कोल जो आ जाता AOI यानी कि एप्लीकेशनस ऑफ इंटीग्रेशन, ठीक है जी। इस तो तुसी जो स्क्रीनशॉट लै सकते हो, ठीक है जी। तुसी स्क्रीनशॉट जो तुसी लै सकते हो इस सिलेबस का। फिर आप देखते हैं ट्रिग्नोमेट्री जो सिलेबस का पार्ट है, एंगल्स एंड देयर मेजरमेंट एंड डिग्रीज, रेडियन, ठीक है। सब तो पहला तो जो आप रेडियन की डिग्री की गल करते हो, कन्वर्जन वाले क्वेश्चन ने जी, रेशोज, ट्रिग्नोमेट्रिक, सम एंड डिफरेंस वाले फॉर्मूले, मल्टीपल एंड सब मल्टीपल, मतलब ये अपने को बेसिकली कंप्लीट ट्रिग्नोमेट्री है, ठीक है जी, विद इनवर्स ट्रिग्नोमेट्री, ठीक है जी। इनवर्स ट्रिग्नोमेट्री भी पार्ट है सिलेबस का। एंड जो एप्लीकेशन ऑफ एप्लीकेशन ऑफ जो ट्रिग्नोमेट्री है या कि हाइट एंड डिस्टेंस वो भी है। एंड प्रॉपर्टीज ऑफ ट्रायंगल, ठीक है जी। प्रॉपर्टीज ऑफ ट्रायंगल भी जो अपना पार्ट सिलेबस का। फिर अगर तुम देखोगे तो वैक्टर जो वो भी है सिलेबस के विच, तो वैक्टर्स इन 2 and 3 डायमेंशनस, ठीक है। यानी कि 2D के अंदर वैक्टर्स के सवाल तो 3D के अंदर भी वैक्टर के सवाल जो पूछे जाते हैं। किसी वैक्टर का मैगनीट्यूड कितना कैलकुलेट करते हैं, डायरैक्शन किवें आपां देखते हैं वैक्टर की, यूनिट ते नल वैक्टर्स की होंदे ने, एडिशन ऑफ वैक्टर्स किवें करते हैं, या स्केलर मल्टीप्लिकेशन एंड स्केलर प्रोडक्ट जिन्होंने कहते हैं आपां, डॉट प्रोडक्ट जो अपना होंदा है ऑफ टू वैक्टर्स किवें कैलकुलेट करते हैं, वैक्टर प्रोडक्ट और क्रॉस प्रोडक्ट की आपां जो गल करते हैं, ठीक है जी। अच्छा, अगर तुम देखोगे तो सिर्फ 2 वैक्टर्स की इत्थे गल की गई है। जो क्रॉस प्रोडक्ट एंड डॉट प्रोडक्ट है वो सिर्फ 2 वैक्टर्स के इत्थे लिखा हुआ है, बट कई बार क्वेश्चन 3 वैक्टर के क्वेश्चन भी आ जाते हैं, ठीक है जी। अच्छा, एप्लीकेशन की भी गल की गई है, वर्क डन के क्वेश्चन, फोर्स, मूवमेंट, ठीक है जी। एंड जो ज्योमेट्रिकल जो प्रॉब्लम्स ने। फिर जो एनालिटिकल ज्योमेट्री 2 and 3 डायमेंशन, ठीक है जी। तो ये अपनी 2D एंड 3D के क्वेश्चन ने जो रेक्टेंगुलर कार्टेशियन कोऑर्डिनेट सिस्टम 2D के अंदर भी 3D के अंदर भी, डिस्टेंस फार्मूला 2D के अंदर भी 3D के अंदर भी, इक्वेशन ऑफ लाइन के क्वेश्चन आ जाते हैं, एंगल कितना कैलकुलेट करते हैं, 2 लाइन्स के विचकार दा एंगल, डिस्टेंस ऑफ अ पॉइंट फ्रॉम लाइन, एक लाइन तो किसी पॉइंट का जो परपेंडिकुलर डिस्टेंस आ वो कितना कैलकुलेट करते हैं आपां, उनके रिलेटेड क्वेश्चन ने जो, ठीक है जी। फिर इक्वेशन ऑफ जो सर्कल है, तो सर्कल भी जो सिलेबस के है, स्टैंडर्ड फॉर्म्स ऑफ पैराबोला, एलिप्स ते हाइपरबोला। तो कॉनिक सैक्शन जो वो भी सिलेबस का ही पार्ट है, तो जो कॉनिक सैक्शन, ठीक है जी, उनके ऊपर भी जो क्वेश्चन पूछे जाते हैं, ठीक है जी। डायरेक्शन कोसाइंस, डायरेक्शन रेशोज, इक्वेशन 2 पॉइंट्स, ठीक है जी, आ सारा तुहाडे सामने लिखा हुआ है। प्लेन्स की इक्वेशन, 2 प्लेन्स के विचकार दा एंगल, ठीक है जी। फिर जो आप गल करते हैं स्टैटिस्टिक्स से प्रोबेबिलिटी की, ठीक है जी, वेरी इंपॉर्टेंट प्रोबेबिलिटी, कंप्लीट प्रोबेबिलिटी है जी। ये इनसे आप रैंडम एक्सपेरिमेंट आउटकम्स की होंगे ने, सैंपल स्पेस, ईवेंट्स की आप जो गल करते हैं, ठीक है जी। कॉम्प्लीमेंट्री एलिमेंट्स, अपने जो एलिमेंट्री एंड कॉम्पोजिशन इवेंट्स ने, जो डेफिनेशन ऑफ प्रोबेबिलिटी, क्लासिकल एंड स्टैटिकल एग्जांपल्स ने, ठीक है जी। फिर कुछ थ्योरम्स ने अपने को प्रोबेबिलिटी दियाँ, ठीक है जी। थ्योरम्स ने जिन्हें बेस थ्योरम अपने को जो होगी, ठीक है जी। कंडीशनल प्रोबेबिलिटी आ गई अपनी, बाइनोमियल डिस्ट्रीब्यूशंस आ गई ने, ठीक है जी, रैंडम वेरिएबल के अंदर।
ਤੇ ਤੁਸੀਂ ਜੋ ਇਸ ਦਾ ਸਕਰੀਨਸ਼ਾਟ ਜੋ ਤੁਸੀਂ ਲੈ ਸਕਦੇ ਹੋ ਕੰਪਲੀਟ ਸਿਲੇਬਸ ਦਾ, ਠੀਕ ਹੈ ਜੀ। ਫਿਰ ਆਪਾਂ ਗੱਲ ਕਰਾਂਗੇ ਜੋ ਤੁਹਾਡਾ ਇੰਗਲਿਸ਼ ਜੋ ਸਬਜੈਕਟ ਹੈ ਉਹਦੇ ਵਿੱਚ ਕੀ ਤੁਹਾਡਾ ਸਿਲੇਬਸ ਰਹੇਗਾ। ਤਾਂ ਇੰਗਲਿਸ਼ ਦਾ ਕੁਐਸਚਨਸ ਪੇਪਰ ਇਨ ਦਾ ਇੰਗਲਿਸ਼ ਵਿਲ ਬੀ ਡਿਜ਼ਾਈਨ ਟੂ ਟੈਸਟ ਦਾ ਕੈਂਡੀਡੇਟਸ ਅੰਡਰਸਟੈਂਡਿੰਗ ਆਫ ਇੰਗਲਿਸ਼। ਇਟ ਕਵਰਸ ਵੇਰੀਅਸ, ਠੀਕ ਹੈ। ਸਭ ਤੋਂ ਪਹਿਲਾਂ ਗ੍ਰਾਮਰ ਐਂਡ ਯੂਜ਼ੇਜ ਹੈ ਜੋ ਗ੍ਰਾਮਰ ਦੇ, ਠੀਕ ਹੈ ਜੀ। ਵੋਕੈਬਲਰੀ, ਕੰਪਰੀਹੈਂਸ਼ਨ, ਸਿਲੈਕਟਿੰਗ ਵਰਡਸ ਐਟਸੈਟਰਾ, ਠੀਕ ਹੈ ਜੀ। ਇਹ ਜੋ ਇੰਗਲਿਸ਼ ਦਾ ਜੋ ਤੁਹਾਡਾ ਸਿਲੇਬਸ ਹੈ ਜੀ। ਫਿਰ ਤੁਹਾਡਾ ਜਨਰਲ ਨੌਲੇਜ ਦਾ ਜੋ ਸਿਲੇਬਸ ਆ, ਜੀਕੇ ਦੇ ਅੰਦਰ ਜੋ ਤੁਹਾਡਾ ਜੀਕੇ ਦੇ ਤੁਹਾਡੇ ਟੌਪਿਕ ਨੇ ਫਿਜ਼ਿਕਸ, ਕੈਮਿਸਟਰੀ ਐਂਡ ਤੁਹਾਡੀ ਜਨਰਲ ਸਾਇੰਸ ਆ ਗਈ, ਜੋ ਤੁਹਾਡਾ ਸੋਸ਼ਲ ਸਟੱਡੀਜ਼, ਜਿਓਗ੍ਰਾਫੀ, ਠੀਕ ਹੈ ਜੀ। ਐਂਡ ਤੁਹਾਡੇ ਜੋ ਕਰੰਟ ਅਫੇਅਰਸ ਨੇ, ਠੀਕ ਹੈ ਜੀ। ਇਹ ਤੁਹਾਡੇ ਜੋ ਕਰੰਟ ਅਫੇਅਰਸ ਵੀ ਤੁਹਾਡੇ ਜੋ ਪਾਰਟ, ਜੀਐਸ ਆ ਜੋ ਤੁਹਾਡਾ ਉਹ ਵੀ ਐਨਡੀਏ ਦੇ ਸਿਲੇਬਸ ਦਾ ਪਾਰਟ ਹੈ, ਠੀਕ ਹੈ ਜੀ। ਫਿਜ਼ਿਕਸ, ਕੈਮਿਸਟਰੀ ਦੇ ਨਾਲ ਤੁਸੀਂ ਜੀਐਸ ਦੇ ਉੱਪਰ ਵੀ ਜੋ ਤੁਹਾਡਾ ਤੁਸੀਂ ਪੂਰਾ ਧਿਆਨ ਦੇਣਾ ਹੈ, ਠੀਕ ਹੈ ਜੀ। ਹੁਣ ਫਿਜ਼ਿਕਸ ਦਾ ਸਿਲੇਬਸ ਅਗਰ ਤੁਸੀਂ ਦੇਖੋਗੇ ਤਾਂ ਸਕਰੀਨ ਦੇ ਉੱਪਰ ਤੁਸੀਂ ਫਿਜ਼ਿਕਸ ਦਾ ਕੰਪਲੀਟ ਸਿਲੇਬਸ ਦੇਖ ਸਕਦੇ ਹੋ ਜੀ, ਠੀਕ ਹੈ ਜੀ। ਪ੍ਰੈਸ਼ਰ, ਬੈਰੋਮੀਟਰ, ਹਿਊਮਨ ਆਈ, ਮੋਸ਼ਨ ਆਫ ਆਬਜੈਕਟਸ, ਤੁਸੀਂ ਜੋ ਆ ਸਿਲੇਬਸ ਦਾ ਤੁਸੀਂ ਜੋ ਸਕਰੀਨਸ਼ਾਟ ਲੈ ਲਿਆ ਜੇ, ਠੀਕ ਹੈ ਜੀ। ਨਿਊਟਨਸ ਲਾਅ ਆਫ ਮੋਸ਼ਨ ਵੈਰੀ ਇੰਪੋਰਟੈਂਟ, ਠੀਕ ਹੈ ਜੀ, ਵੈਰੀ ਇੰਪੋਰਟੈਂਟ, ਠੀਕ ਹੈ ਜੀ। ਅੱਗੇ ਚੱਲੋਗੇ, ਠੀਕ ਹੈ। ਆ ਤੁਹਾਡਾ ਜੋ ਕੰਪਲੀਟ ਸਿਲੇਬਸ ਹੈ, ਓਮਸ ਲਾਅ, ਗ੍ਰੈਵੀਟੇਸ਼ਨਲ, ਸਿੰਪਲ ਇਲੈਕਟ੍ਰੀਕਲ, ਯਾਨੀ ਕਿ ਜੋ ਤੁਹਾਡਾ 11th ਐਂਡ 12th ਜੋ ਤੁਹਾਡੀ ਫਿਜ਼ਿਕਸ ਹੈ ਉਹ ਕੰਪਲੀਟ ਹੀ ਹੈ ਇਸ ਦੇ ਅੰਦਰ। ਤਾਂ ਤੁਸੀਂ ਜੋ ਸਕਰੀਨਸ਼ਾਟ ਜੋ ਜ਼ਰੂਰ ਇਸ ਦੇ ਲੈ ਲਿਆ ਜੇ, ਠੀਕ ਹੈ। ਪਾਵਰ ਐਂਡ ਐਨਰਜੀ, ਮੈਜ਼ਰਮੈਂਟ ਆਫ ਇਲੈਕਟ੍ਰੀਕਲ ਪਾਵਰ, ਇਫੈਕਟ ਆਫ ਹੀਟ ਐਂਡ ਸੋ ਔਨ। ਹੁਣ ਅੱਗੇ ਤੁਸੀਂ ਕੈਮਿਸਟਰੀ ਦੀ ਗੱਲ ਕਰੋ ਤਾਂ ਕੈਮਿਸਟਰੀ ਦਾ ਸਿਲੇਬਸ ਵੀ ਤੁਹਾਡੇ ਸਾਹਮਣੇ ਹੈ। ਪ੍ਰੈਪਰੇਸ਼ਨ ਐਂਡ ਪ੍ਰੋਪਰਟੀਜ਼ ਆਫ ਹਾਈਡਰੋਜਨ, ਆਕਸੀਜਨ, ਨਾਈਟ੍ਰੋਜਨ, ਕਾਰਬਨ ਡਾਈਆਕਸਾਈਡ, ਆਕਸੀਡੇਸ਼ਨ ਐਂਡ ਰਿਡਕਸ਼ਨ, ਠੀਕ ਹੈ ਜੀ। ਐਸਿਡ ਬੇਸ ਨੇ ਜੋ ਤੁਹਾਡੇ, ਠੀਕ ਹੈ ਜੀ। ਕਾਰਬਨ ਦੀਆਂ ਡਿਫਰੈਂਟ ਫਾਰਮਸ, ਫਿਜ਼ੀਕਲ ਐਂਡ ਕੈਮੀਕਲ ਚੇਂਜਸ, ਠੀਕ ਹੈ ਜੀ। ਆ ਤੁਹਾਨੂੰ ਸਾਰੇ ਜੋ ਆ ਗਿਵਨ ਨੇ। ਤੁਸੀਂ ਜੋ ਆ ਇਸ ਸਿਲੇਬਸ ਦਾ ਸਕਰੀਨਸ਼ਾਟ ਜੋ ਆ ਤੁਸੀਂ ਲੈ ਲਓ, ਠੀਕ ਹੈ ਜੀ। ਸਿਲੇਬਸ ਫॉर ਕੈਮਿਸਟਰੀ, ਠੀਕ ਹੈ। ਆ ਤੁਹਾਡਾ ਨੈਕਸਟ ਚੈਪਟਰ ਆ ਗਿਆ ਜੀ, ਮਿਕਸਚਰ ਐਂਡ ਕੰਪਾਊਂਡਸ, ਐਲੀਮੈਂਟਰੀ ਆਈਡੀਆਜ਼ ਅਬਾਊਟ ਦਾ ਸਟਰਕਚਰ ਆਫ ਐਟਮ। ਤੁਸੀਂ ਅਗਰ ਕਾਪੀ ਪੈਨ ਲੈ ਕੇ ਅਗਰ ਤੁਸੀਂ ਬੈਠੇ ਹੋ ਤਾਂ ਸਿਲੇਬਸ ਕੰਪਲੀਟ ਆਪਣੀ ਕਾਪੀ ਦੇ ਉੱਪਰ ਨੋਟ ਡਾਊਨ ਕਰ ਲਿਓ। ਤੁਸੀਂ ਸਕਰੀਨਸ਼ਾਟ ਵੀ ਜੋ ਲੈ ਸਕਦੇ ਹੋ, ਠੀਕ ਹੈ ਜੀ। ਬੈਲੈਂਸੀਆਂ ਦੇ ਉੱਪਰ ਕੁਐਸਚਨ ਜੋ ਆਉਂਦੇ ਰਹਿੰਦੇ ਨੇ, ਠੀਕ ਹੈ ਜੀ। ਐਨਡੀ ਸਿਲੇਬਸ ਫॉर ਜਨਰਲ ਸਾਇੰਸ, ਜੀਐਸ ਦਾ ਸਿਲੇਬਸ ਹੈ ਜੋ ਤੁਹਾਡੇ ਸਕਰੀਨ ਦੇ ਸਾਹਮਣੇ, ਤੁਸੀਂ ਇਹਦਾ ਵੀ ਜੋ ਸਕਰੀਨਸ਼ਾਟ ਜੋ ਲੈ ਲਓ, ਠੀਕ ਹੈ ਜੀ। ਫਿਰ ਐਨਡੀ ਸਿਲੇਬਸ ਫॉर ਜਿਓਗ੍ਰਾਫੀ, ਕੰਪਲੀਟ ਜੋ ਜਿਓਗ੍ਰਾਫੀ ਹੈਗੀ ਹੈ ਜੀ ਆਪਣੀ, ਅਰਥ, ਸ਼ੇਪ, ਸਾਈਜ਼, ਓਸ਼ਨ, ਕਰੰਟ ਟਾਈਡਸ, ਲੈਟੀਟਿਊਡਸ, ਲੌਂਗੀਟਿਊਡਸ ਕੀ ਹੁੰਦੇ ਨੇ, ਕੰਸੈਪਟ ਆਫ ਟਾਈਮ, ਕਲਾਈਮੇਟ, ਇੰਟਰਨੈਸ਼ਨਲ ਡੇਟ ਲਾਈਨ। ਇਹ ਤੁਹਾਡਾ ਜੋ ਜੀਐਸ ਦਾ ਜੋ ਸਿਲੇਬਸ, ਜਿਓਗ੍ਰਾਫੀ ਦਾ ਤੁਹਾਡਾ ਸਿਲੇਬਸ ਹੈ, ਠੀਕ ਹੈ ਜੀ। ਆ ਨੈਕਸਟ ਚੈਪਟਰ ਆ ਗਏ ਨੇ ਜਿਓਗ੍ਰਾਫੀ ਦੇ, ਜੋ ਤੁਸੀਂ ਇਹਦੀ ਵੀ ਜੋ ਤੁਸੀਂ ਸਕਰੀਨਸ਼ਾਟ ਜੋ ਤੁਸੀਂ ਉਹ ਲੈ ਲਓ, ਠੀਕ ਹੈ ਜੀ। ਜੋ ਵੀ ਬੱਚੇ ਕਾਪੀ ਪੈਨ ਲੈ ਕੇ ਬੈਠੇ ਨੇ ਉਹ ਕਾਪੀ ਪੈਨ ਦੇ ਉੱਪਰ ਨੋਟ ਜੋ ਕਰ ਲੈਣ ਸਿਲੇਬਸ ਨੂੰ, ਠੀਕ ਹੈ ਜੀ, ਠੀਕ ਹੈ ਜੀ। ਇਸ ਦੇ ਸਕਰੀਨਸ਼ਾਟ ਨੇ ਜੋ ਤੁਸੀਂ ਲੈ ਲਿਆ ਜੀ। ਆ ਤੁਹਾਡਾ ਕਰੰਟ ਅਫੇਅਰਸ ਵੀ ਜੋ ਤੁਹਾਡਾ ਪਾਰਟ ਹੈ ਸਿਲੇਬਸ ਦਾ, ਕਰੰਟ ਅਫੇਅਰਸ ਦੇ ਉੱਪਰ ਵੀ ਤੁਸੀਂ ਪੂਰਾ ਧਿਆਨ ਦੇਣਾ ਹੈ, ਠੀਕ ਹੈ ਜੀ। ਕਰੰਟ ਅਫੇਅਰਸ ਦੇ ਟੌਪਿਕਸ ਨੇ ਨੌਲੇਜ ਆਫ ਇੰਪੋਰਟੈਂਟ ਇਵੈਂਟਸ ਦੈਟ ਹੈਵ ਹੈਪਨਡ ਇਨ ਇੰਡੀਆ ਇਨ ਰੀਸੈਂਟ ਜੋ ਈਅਰਸ ਨੇ, ਜੋ ਪ੍ਰੋਮੀਨੈਂਟ ਪਰਸਨੈਲਿਟੀਜ਼ ਆਫ ਬੋਥ ਇੰਡੀਅਨ ਐਂਡ ਇੰਟਰਨੈਸ਼ਨਲ ਲੈਵਲ, ਕਲਚਰਲ ਐਕਟੀਵਿਟੀਜ਼ ਐਂਡ ਸਪੋਰਟ ਐਕਟੀਵਿਟੀਜ਼, ਕਰੰਟ ਇੰਪੋਰਟੈਂਟ ਵਰਲਡ ਇਵੈਂਟ, ਠੀਕ ਹੈ ਜੀ। ਫਿਰ ਐਨਡੀ ਸਿਲੇਬਸ ਫॉर ਹਿਸਟਰੀ ਐਂਡ ਫਰੀडम ਮੂਵਮੈਂਟਸ, ਜੋ ਤੁਹਾਡਾ ਹਿਸਟਰੀ ਦਾ ਜੋ ਟੌਪਿਕਸ ਨੇ ਤੁਸੀਂ ਉਸ ਦਾ ਵੀ ਜੋ ਤੁਸੀਂ ਸਕਰੀਨਸ਼ਾਟ ਜ਼ਰੂਰ ਲੈ ਲਓ, ਅਦਰਵਾਈਜ਼ ਕਾਪੀਜ਼ ਦੇ ਉੱਪਰ ਤੁਸੀਂ ਨੋਟ ਡਾਊਨ ਕਰ ਲਿਆ ਜੀ, ਠੀਕ ਹੈ ਜੀ। ਆ ਤੁਸੀਂ ਜੋ ਸਿਲੇਬਸ ਦਾ ਜੋ ਤੁਸੀਂ ਸਕਰੀਨਸ਼ਾਟ ਲੈ ਲਓ ਹਿਸਟਰੀ, ਫਰੀडम ਮੂਵਮੈਂਟਸ ਦਾ, ਠੀਕ ਹੈ ਜੀ। ਬੇਸਿਕ ਟੀਚਿੰਗਸ ਆਫ ਮਹਾਤਮਾ ਗਾਂਧੀ, ਠੀਕ ਹੈ ਜੀ। ਨੈਸ਼ਨਲ ਇੰਟੀਗ੍ਰੇਸ਼ਨ ਐਂਡ ਵੈਲਫੇਅਰ ਸਟੇਟ, ਇਸ ਦਾ ਜੋ ਤੁਸੀਂ ਸਕਰੀਨਸ਼ਾਟ ਜਾਂ ਤੁਸੀਂ ਕਾਪੀ ਦੇ ਉੱਪਰ ਨੋਟ ਡਾਊਨ ਜ਼ਰੂਰ ਕਰਿਓ, ਠੀਕ ਹੈ ਜੀ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਇਸ ਨੰਬਰ ਦੇ ਉੱਪਰ, ਠੀਕ ਹੈ ਜੀ। ਇੱਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਬਸਕ੍ਰਾਈਬ ਕਰੋ YouTube ਚੈਨਲ ਨੂੰ। ਧੰਨਵਾਦ।